ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਲਹਿਣਾ ਜੀ ਦੇ ਮਿਲਾਪ ਬਾਰੇ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਹੁਣ ਗੁਰੂ ਅੰਗਦ ਜੀ ਦੀ ਕਥਾ ਜਿਸ ਤਰ੍ਹਾਂ ਹੋਈ ਉਹ ਲਿਖਦੇ ਹਾਂ। ਪਿੰਡ ਮਤੇ ਦੀ ਸਰਾਂ ਜੰਗਲ ਦੇਸ਼ ਵਿੱਚ ਤ੍ਰਿਹਣ ਖੱਤਰੀ ਬਾਬਾ ਫੇਰੂਮਲ ਰਹਿੰਦਾ ਸੀ। ਉਹਨਾਂ ਦੇ ਘਰ ਸ਼੍ਰੀ ਲਹਿਣਾ ਜੀ ਦਾ ਜਨਮ ਹੋਇਆ। ਜਦ ਇਹ 14 ਵਰ੍ਹਾਂ ਦੇ ਹੋਏ ਤਾਂ ਖਡੂਰ ਦੇ ਰਹਿਣ ਵਾਲੇ ਇੱਕ ਖੱਤਰੀ ਨੇ ਇਹਨਾਂ ਨੂੰ ਆਪਣੀ ਲੜਕੀ ਵਿਆਹ ਦਿੱਤੀ। ਜਦ ਕੁਛ ਸਮਾਂ ਵਸਦਿਆਂ ਰਸਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਬਲੋਚ ਡਾਕੂਆਂ ਦੀ ਧਾੜ ਨੇ ਚੜ੍ਹਾਈ ਕਰਕੇ ਮਤੇ ਦੀ ਸਰਾਂ ਨੂੰ ਲੁੱਟ ਕੇ ਢਾਹ ਢੇਰੀ ਕਰ ਦਿੱਤਾ ਅਤੇ ਉੱਥੋਂ ਸਭ ਬਸੋਂ ਉਜਾੜ ਦਿੱਤੀ। ਤਦ ਲਹਿਣਾ ਜੀ ਆਪਣੇ ਪਰਿਵਾਰ ਨੂੰ ਲੈ ਕੇ ਖਡੂਰ ਆ ਗਏ ਅਤੇ ਫਿਰ ਇੱਥੇ ਹੀ ਰਹੇ। ਇਸ ਨਗਰ ਦੇ ਲੋਕ ਦੁਰਗਾ ਦੇਵੀ ਦੇ ਪੁਜਾਰੀ ਸਨ। ਉਹਨਾਂ ਨਾਲ ਲਹਿਣਾ ਜੀ ਸਾਲ ਦੇ ਸਾਲ ਸੰਗ ਲੈ ਕੇ ਜਵਾਲਾ ਦੇਵੀ ਦੇ ਦਰਸ਼ਨ ਨੂੰ ਜਾਇਆ ਕਰਦੇ ਸਨ। ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ। ਗੁਰੂ ਕੀ ਬਾਣੀ ਦਾ ਪਾਠ ਕਰਦਾ ਸੀ ਤੇ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਸੀ। ਇੱਕ ਦਿਨ ਜਦ ਉਹ ਬੜਾ ਪ੍ਰੇਮ ਮਗਨ ਹੋ ਕੇ ਸ਼ਬਦ ਪੜ੍ਹ ਰਿਹਾ ਸੀ ਤਾਂ ਲਹਿਣਾ ਜੀ ਨੇ ਉਸ ਤੋਂ ਪੁੱਛਿਆ ਕਿ ਇਹ ਕਿਸ ਦੀ ਬਾਣੀ ਹੈ। ਤਦ ਉਸਨੇ ਆਖਿਆ ਕਿ ਇਹ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਤਦ ਲਹਿਣਾ ਜੀ ਨੇ ਵਿਚਾਰਿਆ ਕਿ ਜਿਨ੍ਹਾਂ ਦੇ ਐਸੇ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਵਚਨ ਹਨ, ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ। ਜਦ ਜਵਾਲਾ ਜਾਣ ਦਾ ਸਮਾਂ ਆਇਆ ਤਾਂ ਆਪ ਜੀ ਦੇਵੀ ਦੇ ਭਗਤਾਂ ਨੂੰ ਆਖਿਆ ਕਿ ਇਸ ਵਾਰ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਨ ਅੱਗੇ ਚੱਲਾਂਗੇ। ਸੰਗਤ ਨੇ ਕਿਹਾ ਬਹੁਤ ਚੰਗਾ। ਜਦ ਖਡੂਰ ਤੋਂ ਚੱਲ ਕੇ ਕਰਤਾਰਪੁਰ ਪਹੁੰਚ ਗਏ ਤਾਂ ਇੱਕ ਮਨੁੱਖ ਨੂੰ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ। ਉਸ ਮਨੁੱਖ ਨੇ ਦੱਸਿਆ ਕਿ ਸ਼੍ਰੀ ਨਾਨਕ ਤਪਾ ਜੀ ਦਾ ਨਗਰ ਹੈ। ਤਦ ਲਹਿਣੇ ਜੀ ਨੇ ਸਾਥੀਆਂ ਨੂੰ ਕਿਹਾ, ਤੁਸੀਂ ਕੁਛ ਚਿਰ ਇੱਥੇ ਠਹਿਰੋ, ਮੈਂ ਦਰਸ਼ਨ ਕਰਕੇ ਆਉਂਦਾ ਹਾਂ। ਅੱਗੋਂ ਗੁਰੂ ਨਾਨਕ ਜੀ ਮਿਲ ਪਏ। ਸ਼੍ਰੀ ਲਹਿਣਾ ਜੀ ਨੇ ਆਪ ਜੀ ਤੋਂ ਪੁੱਛਿਆ, ਤਪਾ ਜੀ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ। ਗੁਰੂ ਨਾਨਕ ਜੀ ਨੇ ਕਿਹਾ, ਸਾਡੇ ਨਾਲ ਚਲੇ ਆਓ। ਤਦ ਗੁਰੂ ਜੀ ਅੱਗੇ ਤੁਰ ਪਏ ਤੇ ਲਹਿਣਾ ਜੀ ਘੋੜੀ ਉੱਤੇ ਚੜ੍ਹੇ ਹੋਏ ਪਿੱਛੇ। ਜਦ ਧਰਮਸ਼ਾਲਾ ਦੇ ਦਰਵਾਜ਼ੇ ਪਾਸ ਆਏ ਤਾਂ ਕਿਹਾ, ਘੋੜੀ ਇਸ ਕਿੱਲੇ ਨਾਲ ਬੰਨ੍ਹ ਕੇ ਇਸ ਦਰਵਾਜ਼ੇ ਅੰਦਰ ਜਾਓਗੇ ਤਾਂ ਅੱਗੇ ਬੈਠੇ ਹੋਣਗੇ। ਇਸ ਤਰ੍ਹਾਂ ਆਖ ਕੇ ਆਪ ਜੀ ਦੂਸਰੇ ਪਾਸਿਓਂ ਛੋਟੇ ਬੂਹੇ ਰਸਤੇ ਅੰਦਰ ਲੰਘ ਕੇ ਆਪਣੇ ਆਸਣ ਉੱਤੇ ਜਾ ਬੈਠੇ। ਜਦ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਗਏ ਤਾਂ ਆਪ ਜੀ ਨੂੰ ਬੈਠੇ ਦੇਖ ਕੇ ਮਨ ਵਿੱਚ ਕਿਹਾ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਸਤਾ ਦੱਸਿਆ ਸੀ। ਮੇਰੇ ਤੋਂ ਬੜੀ ਭੁੱਲ ਹੋਈ ਜੋ ਇਹ ਮੇਰੇ ਅੱਗੇ ਪੈਦਲ ਤੁਰੇ ਆਏ ਤੇ ਮੈਂ ਪਿੱਛੇ ਘੋੜੀ ਉੱਤੇ ਚੜ੍ਹਿਆ ਆਇਆ। ਇਹ ਮੇਰਾ ਦੋਸ਼ ਕਿਸ ਤਰ੍ਹਾਂ ਬਖਸ਼ਿਆ ਜਾਵੇਗਾ? ਗੁਰੂ ਜੀ ਨੇ ਲਹਿਣਾ ਜੀ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਆਖਿਆ, ਪੁਰਸ਼ਾ ਤੇਰੇ ਸਭ ਸੁੱਖ ਸਾਂਦ ਹੈ। ਇਹ ਵਚਨ ਸੁਣ ਕੇ ਲਹਿਣਾ ਜੀ ਨੇ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਹਾਂ। ਫਿਰ ਲਹਿਣਾ ਜੀ ਨੇ ਦੇਵੀ ਭਗਤਾਂ ਦਾ ਭੇਸ਼, ਸਰੀਰ ਦੇ ਕੱਪੜੇ ਤੇ ਪੈਰਾਂ ਤੋਂ ਘੁੰਗਰੂ ਸਭ ਉਤਾਰ ਦਿੱਤੇ ਅਤੇ ਗੁਰੂ ਚਰਨਾਂ ਦੇ ਸ਼ਰਧਾਵਾਨ ਪ੍ਰੇਮੀ ਹੋ ਗਏ। ਉਪਰੰਤ ਲਹਿਣਾ ਜੀ ਨੇ ਵਿਚਾਰਿਆ ਕਿ ਹੁਣ ਜੇ ਮੈਨੂੰ ਇਹ ਆਪ ਹੀ ਘਰ ਜਾਣ ਦੀ ਆਗਿਆ ਦੇ ਦੇਣ ਤਾਂ ਮੈਂ ਅੰਤਰਯਾਮੀ ਜਾਣਾਂਗਾ। ਤਦ ਅੰਤਰਯਾਮੀ ਗੁਰੂ ਜੀ ਨੇ ਪੁੱਛਿਆ, ਪੁਰਖਾ ਤੇਰਾ ਘਰ ਕਿੱਥੇ ਹੈ? ਤੇਰਾ ਨਾਮ ਕੀ ਹੈ? ਲਹਿਣਾ ਜੀ ਨੇ ਕਿਹਾ, ਹੇ ਅੰਤਰਯਾਮੀ, ਮੇਰਾ ਘਰ ਖਡੂਰ ਹੈ ਅਤੇ ਨਾਮ ਲਹਿਣਾ ਹੈ। ਆਪ ਜੀ ਦਾ ਜਸ਼ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕੀਤੀ ਹੈ। ਗੁਰੂ ਜੀ ਨੇ ਕਿਹਾ, ਹੇ ਲਹਿਣੇ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਹੁਣ ਤੂੰ ਜਾ ਤੇ ਫਿਰ ਆਪਣੇ ਘਰੋਂ ਹੋ ਕੇ ਆਉਣਾ। ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ ਕਿ ਇਹਨਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ।
ਆਪ ਜੀ ਤਦ ਤੋਂ ਹੀ ਮਨ ਕਰਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਸਾਥੀਆਂ ਪਾਸ ਜਾ ਕੇ ਕਿਹਾ ਕਿ ਹੁਣ ਤੁਸੀਂ ਅੱਗੇ ਜਵਾਲਾ ਜੀ ਦੇ ਦਰਸ਼ਨ ਕਰਨ ਜਾਓ ਤੇ ਮੈਂ ਆਪਣੇ ਖੰਡੂਰ ਨੂੰ ਜਾਵਾਂਗਾ। ਇਸ ਤਰ੍ਹਾਂ ਸੰਗ ਨੂੰ ਅੱਗੇ ਤੋਰ ਕੇ ਆਪ ਸ਼੍ਰੀ ਲਹਿਣਾ ਜੀ ਖੰਡੂਰ ਆ ਗਏ। ਲੋਕਾਂ ਨੇ ਆਪ ਜੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਵਾਪਸ ਮੁੜ ਆਏ ਹੋ, ਤਾਂ ਲਹਿਣਾ ਜੀ ਚੁੱਪ ਕਰਕੇ ਆਪਣੇ ਘਰ ਜਾ ਬੈਠੇ, ਕਿਸੇ ਨੂੰ ਉੱਤਰ ਨਾ ਦਿੱਤਾ। ਸਾਰੀ ਰਾਤ ਬੜੀ ਉਦਾਸੀ ਨਾਲ ਬਤੀਤ ਕਰਕੇ ਲਹਿਣਾ ਜੀ ਨੇ ਸਵੇਰੇ ਉੱਠ ਕੇ 1.25 ਮਣ ਲੂਣ ਦੀ ਪੰਡ ਸਿਰ 'ਤੇ ਚੁੱਕ ਲਈ ਤੇ ਕਰਤਾਰਪੁਰ ਨੂੰ ਤੁਰ ਪਏ। ਹੌਲੀ ਹੌਲੀ ਤੁਰ ਕੇ ਕਰਤਾਰਪੁਰ ਗੁਰੂ ਜੀ ਦੇ ਘਰ ਪਹੁੰਚ ਗਏ। ਅੱਗੇ ਗੁਰੂ ਜੀ ਬਾਹਰ ਖੇਤੀ ਵੇਖਣ ਗਏ ਹੋਏ ਸਨ। ਮਾਤਾ ਸੁਲੱਖਣੀ ਪਾਸ ਲੂਣ ਦੀ ਪੰਡ ਰੱਖ ਕੇ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ। ਮਾਤਾ ਜੀ ਨੇ ਕਿਹਾ ਉਹ ਬਾਹਰ ਖੇਤੀ ਵੇਖਣ ਗਏ ਹੋਏ ਹਨ। ਤਦ ਲਹਿਣਾ ਜੀ ਵੀ ਉੱਥੇ ਹੀ ਗੁਰੂ ਜੀ ਦੇ ਪਾਸ ਪਹੁੰਚ ਗਏ ਅਤੇ ਚਰਨਾਂ 'ਤੇ ਮੱਥਾ ਟੇਕ ਕੇ ਹੋਰ ਕਾਮਿਆਂ ਨਾਲ ਝੋਨੇ ਵਿੱਚ ਨਦੀਨ ਕੱਢਣ ਲੱਗ ਪਏ। ਜਦ ਇੱਕ ਘੜੀ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਕੰਮ ਤੇਰੇ ਪਾਸੋਂ ਠੀਕ ਨਹੀਂ ਹੁੰਦਾ, ਇਸ ਕਰਕੇ ਤੂੰ ਨਦੀਨ ਦੀ ਪੰਡ ਬੰਨ੍ਹ ਕੇ ਘਰ ਪਸ਼ੂਆਂ ਵਾਸਤੇ ਚਾਰਾ ਲੈ ਚੱਲ। ਤਦ ਲਹਿਣਾ ਜੀ ਨੇ ਗਿੱਲੇ ਘਾਹ 'ਤੇ ਨਦੀਨ ਦੀ ਪੰਡ ਬੰਨ੍ਹ ਕੇ ਸਿਰ 'ਤੇ ਚੁੱਕ ਲਈ ਤੇ ਘਰ ਆ ਗਏ। ਪੰਡ ਵਿੱਚੋਂ ਚਿੱਕੜ ਤੇ ਪਾਣੀ ਨੁੱਚੜ ਕੇ ਲਹਿਣਾ ਜੀ ਦੇ ਗਲ ਤੇ ਸੁੰਦਰ ਕੱਪੜੇ ਸਾਰੇ ਖਰਾਬ ਹੋ ਗਏ। ਮਾਤਾ ਸੁਲੱਖਣੀ ਜੀ ਆਪ ਜੀ ਦੇ ਕੱਪੜੇ ਖਰਾਬ ਹੋਏ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਜਦ ਗੁਰੂ ਜੀ ਆਪ ਘਰ ਆਏ ਤਾਂ ਕਿਹਾ ਕਿ ਅੱਜ ਜਿਹੜਾ ਇੱਕ ਚੰਗਾ ਆਦਮੀ ਬਾਹਰੋਂ ਆਇਆ ਹੈ ਉਸ ਦੇ ਗਲ ਬੜਾ ਕੀਮਤੀ ਜਾਮਾ ਸੀ। ਤੁਸਾਂ ਚਿੱਕੜ ਭਰੀ ਘਾਹ ਦੀ ਪੰਡ ਉਸ ਨੂੰ ਚੁਕਾ ਕੇ ਉਸ ਦੇ ਕੱਪੜੇ ਨਾਸ਼ ਕਰ ਦਿੱਤੇ ਹਨ। ਗੁਰੂ ਜੀ ਨੇ ਕਿਹਾ ਇਹ ਚਿੱਕੜ ਭਰੀ ਹੋਈ ਘਾਹ ਦੀ ਪੰਡ ਨਹੀਂ ਸੀ, ਇਹ ਦੀਨ ਦੁਨੀਆ ਦਾ ਛੱਤਰ ਸੀ। ਉਸਨੇ ਉਸ ਦੇ ਕੱਪੜਿਆਂ 'ਤੇ ਚਿੱਕੜ ਨਹੀਂ ਲਾਇਆ, ਕੇਸਰ ਛਿੜਕਿਆ ਹੈ। ਤੂੰ ਨੇੜੇ ਹੋ ਕੇ ਵੇਖ ਇਹ ਚਿੱਕੜ ਹੈ ਕਿ ਕੇਸਰ। ਜਦ ਮਾਤਾ ਜੀ ਨੇ ਨੇੜੇ ਹੋ ਕੇ ਵੇਖਿਆ ਇਹ ਕੇਸਰ ਦੇ ਛਿੱਟੇ ਹਨ ਤਾਂ ਕਹਿਣ ਲੱਗੀ ਕਿ ਤੁਹਾਡੀ ਗਤ ਤੁਸੀਂ ਹੀ ਜਾਣੋ। ਗੁਰੂ ਜੀ ਨੇ ਕਿਹਾ ਇਹ ਪਾਪ ਕਰਮਾਂ ਵਿੱਚ ਡੁੱਬ ਰਹੇ ਲੋਕਾਂ ਦੇ ਮਲਾਹ ਹੋਣਗੇ ਅਤੇ ਅਨੇਕਾਂ ਦੀ ਉਧਾਰ ਕਰਨਗੇ। ਗੁਰੂ ਜੀ ਦੀ ਸੇਵਾ ਵਿੱਚ ਰਹਿ ਕੇ ਜਦ ਲਹਿਣਾ ਜੀ ਨੇ ਕੁਛ ਦਿਨ ਬਤੀਤ ਕੀਤੇ ਤਾਂ ਉਹ ਸੰਗ ਜਿਹੜਾ ਜਵਾਲਾ ਜੀ ਦੇ ਦਰਸ਼ਨ ਕਰਨ ਆਇਆ ਸੀ ਵਾਪਸ ਆ ਗਿਆ। ਉਹਨਾਂ ਨੇ ਸ਼੍ਰੀ ਲਹਿਣਾ ਜੀ ਨੂੰ ਆਖਿਆ ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਓ। ਤਦ ਸ਼੍ਰੀ ਲਹਿਣਾ ਜੀ ਨੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਾਏ ਤੇ ਉਹ ਆਪਣੀ ਮਨੋਕਾਮਨਾ ਪੂਰਨ ਕਰਕੇ ਬੜੇ ਨਿਹਾਲ ਹੋਏ। ਇੱਕ ਰਾਤ ਵਿਸ਼ਰਾਮ ਕਰਕੇ ਚਲੇ ਗਏ ਤੇ ਸ਼੍ਰੀ ਲਹਿਣਾ ਜੀ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ। ਭਾਂਡੇ ਮਾਂਜਣੇ, ਪੱਖਾ ਫੇਰਨਾ, ਝਾੜੂ ਦੇਣਾ, ਕੱਪੜੇ ਧੋਣੇ ਆਦਿ ਕੰਮਾਂ ਵਿੱਚ ਹੀ ਰਾਤ ਦਿਨ ਮਨ ਤਨ ਕਰਕੇ ਲੱਗੇ ਰਹਿੰਦੇ। ਜਦ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਆਪ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਸਨ ਕਿ ਜਦ ਵੀ ਕੋਈ ਹੁਕਮ ਹੋਵੇ ਤਦ ਝੱਟ ਹੀ ਕੀਤਾ ਜਾਵੇ। ਇੱਕ ਦਿਨ ਗੁਰੂ ਜੀ ਬਿਰਾਜੇ ਹੋਏ ਸਨ ਤਾਂ ਲਹਿਣਾ ਜੀ ਨੇ ਇਹ ਕੌਤਕ ਵੇਖਿਆ ਕਿ ਇੱਕ ਗਹਿਣੇ ਕੱਪੜੇ ਨਾਲ ਸਜੀ ਹੋਈ ਸੁੰਦਰ ਇਸਤਰੀ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੀ ਹੈ। ਜਦ ਉਹ ਸੇਵਾ ਕਰਕੇ ਚਲੀ ਗਈ ਤਾਂ ਲਹਿਣਾ ਜੀ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਇਹ ਇਸਤਰੀ ਕੌਣ ਸੀ? ਗੁਰੂ ਜੀ ਨੇ ਕਿਹਾ ਇਹ ਮਾਇਆ ਸੀ ਜਿਸ ਨੇ ਸਭ ਸੰਸਾਰ ਨੂੰ ਭਰਮਾਇਆ ਹੋਇਆ ਹੈ। ਇਹ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਤੇਰੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੂੰ ਉਸ ਦਾ ਸਰੂਪ ਵੇਖ ਕੇ ਉਸ ਉੱਤੇ ਭਰਮਿਆ ਨਹੀਂ। ਸਾਡੇ ਸਾਹਮਣੇ ਉਸ ਦਾ ਵੱਲ ਛਲ ਚੱਲ ਨਹੀਂ ਸਕਦਾ ਤੇ ਸਾਡੇ ਤੋਂ 12 ਕੋਹ ਦੂਰ ਰਹਿੰਦੀ ਹੈ। ਇਸ ਕਰਕੇ ਸਾਡੇ ਪਾਸ ਰਹਿਣ ਵਾਸਤੇ ਉਹ ਸਾਡੀ ਸੇਵਾ ਕਰਦੀ ਹੈ। ਅਸੀਂ ਜਦ ਦੂਸਰਾ ਸਰੂਪ ਧਾਰਨ ਕਰਾਂਗੇ
ਤਾਂ ਉਸ ਤੋਂ ਇਹ 6 ਕੋਹ ਦੂਰ ਰਹੇਗੀ। ਸਾਡੇ ਤੀਸਰੇ ਸਰੂਪ ਸਮੇਂ ਇਹ ਦਰਵਾਜ਼ੇ ਅੱਗੇ ਆਪ ਆ ਜਾਵੇਗੀ ਅਤੇ ਚੌਥਾ ਸਰੂਪ ਜਦ ਧਾਰਨ ਕਰਾਂਗੇ ਤਾਂ ਇਹ 4 ਦਰਵਾਜ਼ਿਆਂ ਤੋਂ ਅੰਦਰ ਆ ਵੜੇਗੀ। ਇਸ ਤਰ੍ਹਾਂ ਕੁਛ ਦਿਨ ਬੀਤ ਗਏ। ਇੱਕ ਦਿਨ ਗੁਰੂ ਜੀ ਧਰਮਸ਼ਾਲਾ ਵਿੱਚ ਪਲੰਘ ਉੱਤੇ ਵਿਰਾਜ ਰਹੇ ਸਨ ਅਤੇ ਲਹਿਣਾ ਜੀ ਪੱਖਾ ਝੱਲ ਰਹੇ ਸਨ। ਜਦ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਦੋਵੇਂ ਪੈਰ ਹਿੱਲ ਰਹੇ ਹਨ, ਤਦ ਆਪ ਜੀ ਨੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ, ਤੁਹਾਡੇ ਪਾਸ ਕੋਈ ਆਦਮੀ ਤਾਂ ਨਜ਼ਰ ਨਹੀਂ ਆਉਂਦਾ, ਪਰ ਤੁਹਾਡੇ ਪੈਰ ਕਿਉਂ ਹਿੱਲ ਰਹੇ ਹਨ? ਗੁਰੂ ਜੀ ਨੇ ਕਿਹਾ, ਦੇਵਤੇ ਗੁਪਤ ਰੂਪ ਵਿੱਚ ਵੰਦਨਾ ਕਰਨ ਆਉਂਦੇ ਹਨ ਅਤੇ ਉਹ ਚਰਨਾਂ ਨੂੰ ਛੂਹ ਕੇ ਵਾਪਸ ਮੁੜ ਜਾਂਦੇ ਹਨ। ਇਹ ਗੱਲ ਸੁਣ ਕੇ ਲਹਿਣਾ ਜੀ ਦੇ ਮਨ ਵਿੱਚ ਬਹੁਤ ਪ੍ਰੇਮ ਜਾਗਿਆ ਤੇ ਉਸਨੇ ਆਪ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ। ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਦਿਆਂ ਜਦ ਕੁਛ ਦਿਨ ਬੀਤ ਗਏ ਤਾਂ ਇੱਕ ਦਿਨ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਸਮੇਂ ਸ਼੍ਰੀ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਪੈਰਾਂ ਵਿੱਚ ਕੰਡੇ ਵੱਜੇ ਹੋਏ ਹਨ ਅਤੇ ਝਰੀਟਾਂ ਆਈਆਂ ਹਨ। ਤਦ ਲਹਿਣਾ ਜੀ ਨੇ ਪੁੱਛਿਆ, ਮਹਾਰਾਜ, ਇਹ ਕੰਡੇ ਕਿਸ ਤਰ੍ਹਾਂ ਲੱਗੇ ਹਨ? ਤਦ ਗੁਰੂ ਜੀ ਨੇ ਦੱਸਿਆ ਕਿ ਇੱਕ ਅਯਾਲੀ ਬੱਕਰੀਆਂ ਚਾਰ ਰਿਹਾ ਸੀ ਅਤੇ ਇੱਕ ਮਣ ਹੋਰ ਕੇ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕੰਡਿਆਲੇ ਝਾੜਾਂ ਵਿੱਚ ਕਰਦਾ ਫਿਰਦਾ ਹੈ। ਅਸੀਂ ਉਸ ਦੇ ਨਾਲ ਪਾਠ ਸੁਣਦੇ ਫਿਰਦੇ ਹਾਂ, ਉੱਥੋਂ ਇਹ ਝਰੀਟਾਂ ਲੱਗੀਆਂ ਹਨ। ਇਹ ਗੱਲ ਦੱਸ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਅਯਾਲੀ ਨੂੰ ਜੰਗਲ ਵਿੱਚੋਂ ਸੱਦ ਕੇ ਆਖਿਆ, ਕੀਰਤਨ ਸੋਹਲਾ ਜਿਹੜਾ ਯਾਦ ਹੋਵੇ ਉਹ ਰਾਤ ਨੂੰ ਸੌਣ ਲੱਗਿਆਂ ਪੜ੍ਹਿਆ ਕਰ। ਤਦ ਅਯਾਲੀ ਨੇ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਜਿਵੇਂ ਤੁਸਾਂ ਹੁਕਮ ਕੀਤਾ ਹੈ ਤਿਵੇਂ ਹੀ ਕਰਾਂਗਾ। ਗੁਰੂ ਜੀ ਨੇ ਕਿਹਾ, ਜਿਹੜਾ ਸਿੱਖ ਰਾਤ ਨੂੰ ਸੌਣ ਲੱਗਿਆਂ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕਰਕੇ ਸੋਵੇਗਾ, ਉਸ ਦਾ ਗੁਰੂ ਰਖਵਾਲਾ ਹੋਵੇਗਾ ਤੇ ਰਾਤ ਦੇ ਸਭ ਵਿਘਨਾਂ ਤੋਂ ਰੱਖਿਆ ਕਰੇਗਾ। ਸਭ ਸੰਗਤ ਨੇ ਆਪ ਜੀ ਦੇ ਬਚਨ ਸੁਣ ਕੇ ਕੀਰਤਨ ਸੋਹਲੇ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੀ ਨਿਸ਼ਚੈ ਕਰ ਲਿਆ। 3 ਸਾਲ ਜਦ ਲਹਿਣਾ ਜੀ ਨੂੰ ਗੁਰੂ ਜੀ ਪਾਸ ਬੀਤ ਗਏ ਤਾਂ ਗੁਰੂ ਜੀ ਨੇ ਇੱਕ ਦਿਨ ਆਖਿਆ ਕਿ ਘਰ ਜਾ ਕੇ ਖਬਰਸਾਰ ਲੈ ਆਓ। ਤਦ ਆਗਿਆ ਮੰਨ ਕੇ ਲਹਿਣਾ ਜੀ ਖਡੂਰ ਆਪਣੇ ਪਰਿਵਾਰ ਪਾਸ ਗਏ। ਆਪ ਜੀ ਦਾ ਆਉਣਾ ਸੁਣ ਕੇ ਬਹੁਤ ਲੋਕ ਆਪ ਜੀ ਨੂੰ ਮਿਲਣ ਆਏ। ਪਿੰਡ ਦੇ ਚੌਧਰੀ ਤਖਤ ਮੱਲ ਨੇ ਆਣ ਕੇ ਜਦ ਨਮਸਕਾਰ ਕੀਤੀ ਤਾਂ ਲਹਿਣਾ ਜੀ ਨੇ ਆਖਿਆ, ਚੌਧਰੀ ਜੀ, ਪੈਰਾਂ ਨੂੰ ਕਿਉਂ ਹਿਲਾਉਂਦੇ ਹੋ? ਅੱਗੇ ਵਾਂਗ ਗਲਵੱਕੜੀ ਪਾ ਕੇ ਗਲ ਮਿਲੋ, ਤੁਸੀਂ ਬਜ਼ੁਰਗ ਪਿੰਡ ਦੇ ਚੌਧਰੀ ਹੋ। ਚੌਧਰੀ ਨੇ ਕਿਹਾ, ਤੁਸੀਂ ਮਹਾਂਪੁਰਸ਼ ਪਾਸ ਰਹਿ ਕੇ ਉਨਾ ਸਮਾਨ ਹੀ ਹੋ ਗਏ ਹੋ, ਇਸ ਕਰਕੇ ਤੁਹਾਨੂੰ ਨਮਸਕਾਰ ਕਰਨੀ ਹੀ ਠੀਕ ਹੈ, ਗਲ ਮਿਲਣਾ ਠੀਕ ਨਹੀਂ। ਤਦ ਲਹਿਣਾ ਜੀ ਨੇ ਉਸ ਉੱਤੇ ਬਹੁਤ ਪ੍ਰਸੰਨ ਹੋ ਕੇ ਕਿਹਾ ਕਿ ਤੇਰਾ ਲੋਕ ਪਰਲੋਕ ਸਫਲਾ ਹੋਵੇ, ਤੇਰੇ ਘਰ ਵਿੱਚ ਅੰਨ ਧਨ ਦੀ ਤੋਟ ਨਾ ਆਵੇ। ਤਖਤ ਮੱਲ ਇਹ ਬਚਨ ਸੁਣ ਕੇ ਨਮਸਕਾਰ ਕਰਕੇ ਮਨ ਵਿੱਚ ਭਉ ਭਗਤੀ ਲੈ ਕੇ ਘਰ ਨੂੰ ਚਲਿਆ ਗਿਆ। ਸ਼੍ਰੀ ਲਹਿਣਾ ਜੀ ਕੁਛ ਦਿਨ ਖਡੂਰ ਰਹਿ ਕੇ ਵਾਪਸ ਕਰਤਾਰਪੁਰ ਆ ਗਏ। ਗੁਰੂ ਜੀ ਨੇ ਕਿਹਾ, ਪੁਰਖਾ, ਛੇਤੀ ਹੀ ਵਾਪਸ ਆ ਗਿਆ ਹੈ, ਘਰ ਰਹਿਣ ਨੂੰ ਤੇਰਾ ਮਨ ਕਿਉਂ ਨਹੀਂ ਕੀਤਾ? ਲਹਿਣਾ ਜੀ ਨੇ ਕਿਹਾ, ਮਹਾਰਾਜ, ਆਪ ਸਭ ਕੁਛ ਜਾਣਦੇ ਹੋ, ਆਉਣਾ ਜਾਣਾ ਮੇਰੇ ਵੱਸ ਨਹੀਂ ਹੈ। ਜਿਵੇਂ ਪਤੰਗ ਡੋਰ ਦੇ ਵੱਸ ਹੁੰਦੀ ਹੈ, ਤਿਵੇਂ ਮੇਰਾ ਮਨ ਆਪ ਜੀ ਦੇ ਅਧੀਨ ਹੈ। ਇਹ ਆਖ ਕੇ ਸੇਵਾ ਵਿੱਚ ਲੱਗ ਕੇ ਗੁਰੂ ਗੁਰੂ ਜਪਣ